ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਪਰਮੇਸ਼ਰ ਦਾ ਧੰਨਵਾਦ ਹੋਵੇ ਕਿ ਉਹਨੇ ਸਾਨੂੰ ਤੁਹਾਡੇ ਨਾਲ ਰੂਬਰੂ ਹੋਣ ਦਾ ਇੱਕ ਹੋਰ ਮੌਕਾ ਬਖਸ਼ਿਆ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਦੀ ਖੂਬੀਆਂ ਬਾਰੇ ਜਾਣ ਰਹੇ ਸੀ। ਅਸੀਂ ਉਹਦੇ ਦ੍ਰਿਸ਼ਟੀਕੋਣ ਬਾਰੇ ਜਾਣਿਆ। ਅਸੀਂ ਜਾਣਿਆ ਕਿ ਉਹ ਪਰਮੇਸ਼ਰ ਦੇ ਬਾਰੇ ਅਤੇ ਆਪਣੇ ਵਿਅਕਤੀਗਤ ਜੀਵਨ ਬਾਰੇ ਕੀ ਸੋਚਦਾ ਹੈ। ਅਸੀਂ ਜਾਣਿਆ ਕਿ ਉਹ ਆਪਣੇ ਕੰਮ ਦੇ ਪ੍ਰਤੀ ਕਿੰਨਾ ਜ਼ਿਆਦਾ ਸਮਰਪਿਤ ਸੀ। ਅਸੀਂ ਇਹ ਵੀ ਜਾਣਿਆ ਕਿ ਉਹ ਇੱਕ ਪ੍ਰਸਿੱਧ ਵਿਅਕਤੀ ਸੀ। ਉਹ ਇੱਕ ਪ੍ਰਾਰਥਨਾ ਕਰਨ ਵਾਲਾ ਵਿਅਕਤੀ ਸੀ। ਉਹਨੇ ਰਾਜੇ ਦੇ ਆਦੇਸ਼ ਤੋਂ ਬਾਅਦ ਵੀ ਆਪਣੀ ਆਦਤ ਨੂੰ ਨਹੀਂ ਸੀ ਬਦਲਿਆ। ਉਹ ਲਗਾਤਾਰ ਯਰੂਸ਼ਲਮ ਦੇ ਵੱਲ ਮੂੰਹ ਕਰਕੇ ਹਮੇਸ਼ਾ ਪ੍ਰਾਰਥਨਾ ਕਰਦਾ ਰਿਹਾ। ਦੋਸਤੋ, ਸਾਡੇ ਅੱਜ ਦਾ ਵਿਸ਼ਾ ਦਾਨੀਏਲ ਨੂੰ ਸ਼ੇਰਾਂ ਦੀ ਮਾਂਦ ਦੇ ਵਿੱਚ ਸੁੱਟੇ ਜਾਣ ਅਤੇ ਪਰਮੇਸ਼ਵਰ ਦਾ ਉਸ ਨੂੰ ਬਚਾਉਣ ਤੋਂ ਸੰਬੰਧਿਤ ਹੈ। ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 6 ਅਧਿਆਏ ਦੀ 14 ਆਇਤ ਦੇ ਵਚਨਾਂ ਤੋਂ ਅੱਗੇ ਵਧਾਂਗੇ। ਸਾਡੇ ਅੱਜ ਦੇ ਵਚਨ ਦੇ ਅਨੁਸਾਰ ਇਸ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਪਰਮੇਸ਼ਵਰ ਦੇ ਦੁਆਰਾ ਦਾਨੀਏਲ ਦੀ ਸੁਰੱਖਿਆ। ਇਸ ਦੇ ਅਧੀਨ ਅਸੀਂ ਵੇਖਾਂਗੇ ਰਾਜੇ ਦੀ ਅਪ੍ਰਸੰਨਤਾ। ਦਾਨੀਏਲ ਨੂੰ ਸ਼ੇਰਾਂ ਦੇ ਮਾਂਦ ਦੇ ਵਿੱਚ ਸੁੱਟਣਾ, ਰਾਜੇ ਦਾ ਦੁਖੀ ਹੋਣਾ, ਸ਼ੇਰਾਂ ਦੇ ਮਾਂਦ ਵਿੱਚ ਦਾਨੀਏਲ ਦਾ ਛੁਟਕਾਰਾ। ਇਸ ਦੇ ਵਿੱਚ ਅਸੀਂ ਗੌਰ ਕਰਾਂਗੇ। ਨੰਬਰ 1, ਦਾਨੀਏਲ ਦਾ ਉੱਤਰ, ਦਾਨੀਏਲ ਦਾ ਮੂਲ ਆਧਾਰ, ਰਾਜੇ ਦੀ ਪ੍ਰਤੀਕਿਰਿਆ ਅਤੇ ਕਾਰਨ। ਪਰਮੇਸ਼ਵਰ ਦੁਆਰਾ ਦਾਨੀਏਲ ਨੂੰ ਸੱਚਾ ਸਾਬਿਤ ਕਰਨਾ। ਅਖੀਰ ਦੇ ਵਿੱਚ ਅਸੀਂ ਇਸ ਦੇ ਸਾਰ ਨੂੰ ਵੇਖਾਂਗੇ, ਜਿਸ ਦੇ ਵਿੱਚ ਅਸੀਂ ਵੇਖਾਂਗੇ ਸ਼ੇਰਾਂ ਦੀ ਮਾਂਦ ਦੀ ਸੰਭਾਵਨਾ, ਸ਼ੇਰਾਂ ਦੇ ਮਾਂਦ ਦੀ ਉਮੀਦ, ਸ਼ੇਰਾਂ ਦੀ ਮਾਂਦ ਦਾ ਪ੍ਰਯੋਜਨ, ਦਾਨੀਏਲ ਦੀ ਸਫਲਤਾ। ਦੋਸਤੋ, ਆਓ ਫਿਰ ਬਿਨਾਂ ਦੇਰ ਕੀਤੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰਦੇ ਹਾਂ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਸਰੋਤਾ ਦੋਸਤੋ, ਅੱਜ ਦੇ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੇ ਵਚਨ ਦੀ ਰੂਪਰੇਖਾ ਇਸ ਤਰ੍ਹਾਂ ਹੈ। ਪਰਮੇਸ਼ਰ ਦੇ ਦੁਆਰਾ ਦਾਨੀਏਲ ਦੀ ਸੁਰੱਖਿਆ। ਦਾਨੀਏਲ 6 ਅਧਿਆਏ 14 ਵਚਨ ਤੋਂ ਲੈ ਕੇ 23 ਵਚਨ ਤੱਕ। ਭਾਗ ਊੜਾ, ਰਾਜੇ ਦੀ ਅਪ੍ਰਸੰਨਤਾ 14 ਤੇ 15 ਵਚਨ। ਭਾਗ ਐੜਾ, ਦਾਨੀਏਲ ਨੂੰ ਸ਼ੇਰਾਂ ਦੀ ਮਾਦ ਵਿੱਚ ਛੱਡਣਾ 16 ਤੇ 17 ਵਚਨ।
ਭਾਗ ਈੜੀ ਰਾਜੇ ਦਾ ਦੁਖੀ ਹੋਣਾ ਵਚਨ 18। ਭਾਗ ਸੱਸਾ ਸ਼ੇਰਾਂ ਦੀ ਮਾਂਦ ਵਿੱਚ ਦਾਨੀਏਲ ਦਾ ਛੁਟਕਾਰਾ 19 ਤੋਂ 23 ਵਚਨ। ਨੰਬਰ 1 ਦਾਨੀਏਲ ਦਾ ਉੱਤਰ। ਨੰਬਰ 2 ਦਾਨੀਏਲ ਦਾ ਮੂਲ ਆਧਾਰ। ਨੰਬਰ 3 ਰਾਜੇ ਦੀ ਪ੍ਰਤੀਕਿਰਿਆ। ਨੰਬਰ 4 ਕਾਰਨ। ਪਰਮੇਸ਼ਰ ਦੁਆਰਾ ਦਾਨੀਏਲ ਨੂੰ ਸੱਚਾ ਸਾਬਤ ਕਰਨਾ ਦਾਨੀਏਲ 6 ਅਧਿਆਇ 24 ਵਚਨ। ਸਾਰ। ਭਾਗ ਊੜਾ ਸ਼ੇਰਾਂ ਦੀ ਮਾਂਦ ਦੀ ਸੁਭਾਵਨਾ। ਭਾਗ ਐੜਾ ਸ਼ੇਰਾਂ ਦੀ ਮਾਂਦ ਦੀ ਉਮੀਦ। ਭਾਗ ਈੜੀ ਸ਼ੇਰਾਂ ਦੀ ਮਾਂਦ ਦਾ ਪ੍ਰਯੋਜਨ। ਭਾਗ ਸੱਸਾ ਦਾਨੀਏਲ ਦੀ ਸਫਲਤਾ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਇਹ ਜਾਣਦੇ ਹਨ ਕਿ ਰੋਮ ਵਿੱਚ ਰਾਜਾ ਨੀਰੋ ਦੇ ਸਮੇਂ ਵਿੱਚ ਮਸੀਹਾਂ ਨੂੰ ਅਗਨੀ ਪ੍ਰੀਖਿਆ ਵਿੱਚੋਂ ਗੁਜ਼ਰਨਾ ਪਿਆ। ਇੱਕ ਵੱਡੀ ਭੀੜ ਨੂੰ ਜਲਾ ਕੇ ਮਾਰ ਦਿੱਤਾ ਗਿਆ। ਕਈਆਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ। ਰਾਤ ਨੂੰ ਮਨੁੱਖਾਂ ਨੂੰ ਜਿੰਦਾ ਜਲਾਇਆ ਜਾਂਦਾ ਸੀ ਅਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਤਾਰ ਦੀ ਰੋਸ਼ਨੀ ਚਮਕ ਰਹੀ ਹੈ। ਮੌਤ ਤੋਂ ਡਰ ਕੇ ਪਤਰਸ ਨੱਸ ਰਿਹਾ ਸੀ ਤੇ ਅਚਾਨਕ ਆਮਣੋ ਸਾਹਮਣੇ ਉਹਦਾ ਸਾਹਮਣਾ ਪ੍ਰਭੂ ਯਿਸੂ ਨਾਲ ਹੋਇਆ ਅਤੇ ਪ੍ਰਭੂ ਨੂੰ ਆਖਿਆ, ਤੂੰ ਕਿੱਥੇ ਜਾ ਰਿਹਾ ਹੈ? ਅਤੇ ਪ੍ਰਭੂ ਨੇ ਆਖਿਆ, ਪਤਰਸ, ਮੈਂ ਵਾਪਸ ਰੋਮ ਨੂੰ ਜਾ ਰਿਹਾ ਹਾਂ ਤਾਂ ਕਿ ਇੱਕ ਵਾਰ ਫਿਰ ਸਲੀਬ ਤੇ ਚੜ੍ਹ ਸਕਾਂ। ਇਸ ਲਈ ਕਿਉਂ ਜੋ ਮੇਰੇ ਦਾਸ ਪਤਰਸ ਨੇ ਸਲੀਬ ਵੱਲ ਪਿੱਠ ਕਰ ਲਈ ਹੈ। ਪਤਰਸ ਨੇ ਉੱਤਰ ਦਿੱਤਾ, ਨਹੀਂ ਪ੍ਰਭੂ, ਮੈਂ ਵਾਪਸ ਜਾਂਦਾ ਹਾਂ ਅਤੇ ਤੇਰੇ ਲਈ ਹੱਸਦਾ ਹੋਇਆ ਮਰ ਜਾਵਾਂਗਾ। ਅਤੇ ਇਸ ਲਈ ਜਿਸ ਤਰ੍ਹਾਂ ਕਿ ਸਾਨੂੰ ਪਤਾ ਹੈ, ਉਹ ਸਿਰ ਨਿਵਾਹ ਕਰਕੇ ਉਲਟਾ ਪ੍ਰਭੂ ਲਈ ਸਲੀਬ ਤੇ ਚੜ੍ਹ ਗਿਆ, ਇਹ ਵਿਸ਼ਵਾਸ ਕਰਦੇ ਹੋਏ ਕਿ ਉਸ ਦਾ ਲਹੂ ਚਰਚ ਲਈ ਬੀਜ ਬਣ ਜਾਵੇ ਅਤੇ ਉਸ ਦਾ ਬਲੀਦਾਨ ਸਚਾਈ ਦਾ ਸੰਦੇਸ਼ ਦੂਰ ਦੂਰ ਤੱਕ ਪਹੁੰਚ ਜਾਵੇ, ਜਿੱਥੇ ਕਿ ਉਹ ਜਿੰਦਾ ਰਹਿੰਦੇ ਹੋਏ ਆਪਣੀ ਆਵਾਜ਼ ਨਹੀਂ ਪਹੁੰਚਾ ਸਕਦਾ ਸੀ। ਮੈਂ ਪਤਰਸ ਦੀ ਮੌਤ ਦੀ ਕਹਾਣੀ ਪੜ੍ਹੀ ਹੈ। ਮੈਂ ਵਿਸ਼ਵਾਸ ਕਰ ਸਕਦਾ ਹਾਂ ਕਿ ਉਹ ਆਪਣਾ ਸਿਰ ਉਲਟਾ ਕਰਕੇ ਸਲੀਬ ਤੇ ਇਸ ਲਈ ਪੁੱਠਾ ਲਟਕ ਗਿਆ ਕਿਉਂਕਿ ਉਸ ਨੇ ਮਹਿਸੂਸ ਕੀਤਾ ਹੋਵੇਗਾ ਕਿ ਉਹ ਆਪਣੇ ਪ੍ਰਭੂ ਦੀ ਸਲੀਬ ਦੀ ਸਮਾਨਤਾ ਕਾਰਨ ਯੋਗ ਨਹੀਂ ਹੈ। ਅੱਜ ਤੁਹਾਡੇ ਵਿਸ਼ਵਾਸ ਅਤੇ ਮੇਰੇ ਵਿਸ਼ਵਾਸ ਦਾ ਆਧਾਰ ਪਤਰਸ ਦੇ ਬਲੀਦਾਨ ਅਤੇ ਦਾਨੀਏਲ ਦੇ ਹੌਸਲੇ ਉੱਤੇ ਹੀ ਖੜਾ ਹੋ ਸਕਿਆ ਹੈ। ਦਾਨੀਏਲ ਨੂੰ ਮੌਤ ਦੇ ਮੂੰਹ ਵਿੱਚੋਂ ਇੱਕ ਅਦਭੁਤ ਤਰੀਕੇ ਨਾਲ ਛੁਟਕਾਰਾ ਮਿਲਿਆ। ਪਤਰਸ ਨੇ ਵਿਸ਼ਵਾਸ ਲਈ ਆਪਣੀ ਜਾਨ ਗੁਆ ਦਿੱਤੀ। ਕਈ ਵਾਰ ਜਦ ਅਸੀਂ ਕਹਾਣੀ ਨੂੰ ਪੜ੍ਹਦੇ ਹਾਂ ਜੋ ਦਾਨੀਏਲ ਦੀ ਕਹਾਣੀ ਵਰਗੀ ਹੁੰਦੀ ਹੈ ਅਤੇ ਵਿਸ਼ੇਸ਼ ਕਰਕੇ 6ਵਾਂ ਅਧਿਆਇ, ਤਾਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਪਰਮੇਸ਼ਰ ਦਾ ਹਮੇਸ਼ਾ ਇਹੀ ਹੀ ਉਦੇਸ਼ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਅਜੀਬੋ-ਗਰੀਬ ਤਰੀਕੇ ਨਾਲ ਛੁਟਕਾਰਾ ਪ੍ਰਦਾਨ ਕਰੇ। ਪਰ ਕਈ ਵਾਰ ਉਹ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ। ਜਿਸ ਬਾਈਬਲ ਵਿੱਚ ਦਾਨੀਏਲ ਦੇ ਛੁਟਕਾਰੇ ਦਾ ਬਿਆਨ ਹੈ, ਉਸੇ ਬਾਈਬਲ ਵਿੱਚ ਲਿਖਿਆ ਹੈ, ਯਸ਼ਾਇਆ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਸੀ ਅਤੇ ਉਸ ਨੂੰ ਆਰੀ ਨਾਲ ਅੱਧਾ ਚੀਰ ਦਿੱਤਾ ਗਿਆ। ਪਾਲੂਸ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ, ਉਹਦਾ ਸਿਰ ਵੱਢ ਦਿੱਤਾ ਗਿਆ। ਪਤਰਸ ਨੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਅਤੇ ਉਸ ਨੂੰ ਉਲਟਾ ਕਰਕੇ ਸਲੀਬ ਤੇ ਚੜ੍ਹਾ ਦਿੱਤਾ ਗਿਆ। ਪਰਮੇਸ਼ਰ ਉੱਤੇ ਵਿਸ਼ਵਾਸ ਕਰਨ ਦਾ ਮਤਲਬ ਇੱਕ ਵਾਅਦਾ ਨਹੀਂ ਹੈ ਕਿ ਸ਼ੇਰ ਤੁਹਾਨੂੰ ਨਹੀਂ ਖਾਣਗੇ, ਜਿਸ ਤਰ੍ਹਾਂ ਕਿ ਦਾਨੀਏਲ ਨਾਲ ਹੋਇਆ। ਛੁਟਕਾਰਾ ਤਾਂ ਪਰਮੇਸ਼ਰ ਦੀ ਇੱਕ ਯੋਜਨਾ ਹੈ। ਇਹ ਕਹਾਣੀ ਕਿੰਨੀ ਰੋਚਕ ਹੈ ਜੇ ਅਸੀਂ ਇਸ ਦੀ ਜਾਂਚ ਕਰੀਏ ਅਤੇ ਮਨ ਵਿੱਚ ਦੁਹਰਾਈਏ। ਅਸੀਂ 6ਵੇਂ ਅਧਿਆਇ ਦੀ 3 ਐਤ ਤੋਂ ਸ਼ੁਰੂਆਤ ਕਰਦੇ ਹਾਂ, ਜੋ ਸਾਨੂੰ ਦੱਸਦੀਆਂ ਹਨ ਕਿ ਦਾਨੀਏਲ ਨੂੰ ਦਾਰਾ ਬਹੁਤ ਪਸੰਦ ਕਰਦਾ ਸੀ। ਸ਼ਾਸਤਰ ਦੱਸਦਾ ਹੈ ਕਿ ਰਾਜਾ ਦਾਰਾ ਨੇ ਜਦ ਮਾਦੀ ਫਾਰਸੀ ਦਾ ਰਾਜਪਾਟ ਸੰਭਾਲਿਆ ਤਾਂ ਉਸ ਨੇ 120 ਅਧਿਕਾਰੀ ਠਹਿਰਾਏ ਜੋ ਕੁੱਲ ਰਾਜ ਉੱਤੇ ਸਰਦਾਰੀ ਕਰਨ, ਅਤੇ ਉਹਨਾਂ ਉੱਤੇ 3 ਪ੍ਰਧਾਨ, ਜਿਨ੍ਹਾਂ ਵਿੱਚੋਂ ਇੱਕ ਦਾਨੀਏਲ ਸੀ, ਇਸ ਕਰਕੇ ਠਹਿਰਾਏ ਜੋ ਅਧਿਕਾਰੀ ਉਹਨਾਂ ਨੂੰ ਲੇਖਾ ਦੇਣ। ਦਾਨੀਏਲ ਨੂੰ ਅਧਿਕਾਰੀਆਂ ਤੇ ਪ੍ਰਧਾਨਾਂ ਨਾਲੋਂ ਵੱਧ ਵਡਿਆਈ ਮਿਲੀ ਅਤੇ ਰਾਜਾ ਨੇ ਚਾਹਿਆ ਭਾਈ ਉਹਨੂੰ ਸਾਰੇ ਰਾਜ ਤੇ ਮੁਖਤਿਆਰ ਕਰੇ, ਕਿਉਂ ਜੋ ਇੱਕ ਚੰਗਾ ਆਤਮਾ ਦਾਨੀਏਲ ਵਿੱਚ ਸੀ। ਸੱਚ ਤਾਂ ਇਹ ਸੀ ਕਿ ਪਰਮੇਸ਼ਰ ਉਸ ਦੇ ਅੰਦਰ ਸੀ। ਦਾਨੀਏਲ ਨੇ ਜਲਦੀ ਹੀ ਆਪਣੇ ਕੰਮਕਾਰ ਦੀ ਜ਼ਿੰਮੇਵਾਰੀ ਨੂੰ ਸੰਭਾਲ ਲਿਆ। ਤਦ ਉਹਨਾਂ ਅਧਿਕਾਰੀਆਂ ਤੇ ਪ੍ਰਧਾਨਾਂ ਨੇ ਚਾਹਿਆ ਭਾਈ ਕਿਵੇਂ ਨਾ ਕਿਵੇਂ ਰਾਜਕਾਜ ਦੇ ਕਾਰਨ ਦਾਨੀਏਲ ਤੇ ਦੋਸ਼ ਲਾਈਏ, ਪਰ ਉਹਨਾਂ ਨੂੰ ਕੋਈ ਦੋਸ਼ ਜਾਂ ਖੋਟ ਨਾ ਲੱਭਾ, ਕਿਉਂ ਜੋ ਉਹ ਵਫਾਦਾਰ ਸੀ। ਉਹ ਦਾਨੀਏਲ ਨੂੰ ਉਸ ਦੇ ਅਹੁਦੇ ਤੋਂ ਹਟਾਉਣਾ ਚਾਹੁੰਦੇ ਸੀ, ਕਿਉਂ ਜੋ ਉਹ ਉਹਨਾਂ ਦੇ ਕੰਮਕਾਜ ਵਿੱਚ ਅੜਚਨ ਸੀ ਅਤੇ ਇਸ ਲਈ ਉਹ ਦਾਨੀਏਲ ਨੂੰ ਪਸੰਦ ਨਹੀਂ ਸੀ ਕਰਦੇ। ਤਾਂ ਉਹਨਾਂ ਮਨੁੱਖਾਂ ਨੇ ਆਖਿਆ ਕਿ ਅਸੀਂ ਇਸ ਦਾਨੀਏਲ ਨੂੰ ਉਹਦੇ ਪਰਮੇਸ਼ਰ ਦੀ ਭਵਿਸ਼ਤਾ ਦੇ ਬਿਨਾਂ ਹੋਰ ਕਿਸੇ ਗੱਲ ਵਿੱਚ ਦੋਸ਼ੀ ਨਹੀਂ ਲੱਭਾਂਗੇ। ਉਹ ਆਪਣੇ ਕੰਮਕਾਜ ਦੇ ਜੀਵਨ ਵਿੱਚ ਸਾਫ਼ ਸੁਥਰਾ ਸੀ। ਉਹ ਆਪਣੇ ਵਿਅਕਤੀਗਤ ਜੀਵਨ ਵਿੱਚ ਵੀ ਬੇਦਾਗ ਸੀ।
ਉਹਨਾਂ ਨੇ ਵੇਖ ਲਿਆ ਸੀ ਕਿ ਦਾਨੀਏਲ ਆਪਣੇ ਜੀਵਨ ਵਿੱਚ ਪ੍ਰਾਰਥਨਾ ਕਰਨ ਦੇ ਪ੍ਰਤੀ ਵਫਾਦਾਰ ਹੈ। ਉਹਨਾਂ ਨੇ ਇਸ ਗੱਲ ਨੂੰ ਫੜ ਕੇ ਹੀ ਦਾਨੀਏਲ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ, ਕਿਉਂ ਜੋ ਉਹ ਜਾਣਦੇ ਸਨ ਕਿ ਉਹ ਆਪਣੀ ਪ੍ਰਾਰਥਨਾ ਕਰਨੀ ਨਹੀਂ ਛੱਡੇਗਾ। ਉਹਨਾਂ ਨੇ ਇਕੱਠ ਕਰਕੇ ਬੜੀ ਚਲਾਕੀ ਨਾਲ ਰਾਜਾ ਦਾਰਾ ਦੀ ਸਹਿਮਤੀ ਲਈ ਕਿ ਉਹ 1 ਮਹੀਨੇ ਲਈ ਪਰਮੇਸ਼ਰ ਠਹਿਰਾਇਆ ਜਾਏ ਅਤੇ ਜੇ ਕੋਈ ਉਸ ਦੇ ਇਲਾਵਾ ਕਿਸੇ ਹੋਰ ਅੱਗੇ ਆਪਣਾ ਸਿਰ ਝੁਕਾਏ ਤਾਂ ਉਹਨੂੰ ਸ਼ੇਰਾਂ ਦੀ ਮਾਂਦ ਵਿੱਚ ਸੁੱਟ ਦਿੱਤਾ ਜਾਵੇ। ਦਾਨੀਏਲ ਉਹਨਾਂ ਦੇ ਸ਼ਿਕੰਜੇ ਵਿੱਚ ਫਸ ਗਿਆ, ਜਾਂ ਕਹਿਣਾ ਚਾਹੀਦਾ ਹੈ ਰਾਜਾ ਵੀ ਜਾਲ ਵਿੱਚ ਫਸ ਗਿਆ, ਕਿਉਂਕਿ ਰਾਜਾ ਉਹਨਾਂ ਦੀ ਕੂਟਨੀਤੀ ਨੂੰ ਸਮਝ ਨਹੀਂ ਸਕਿਆ ਕਿ ਉਹ ਲੋਕ ਦਾਨੀਏਲ ਦੀ ਵਿਰੋਧਤਾ ਵਿੱਚ ਹਨ। ਇੱਥੇ ਇੱਕ ਅੱਛੀ ਗੱਲ ਨੂੰ ਵੇਖਣ ਨੂੰ ਮਿਲੀ ਕਿ ਦਾਨੀਏਲ ਨੇ ਆਪਣੇ ਆਪ ਨੂੰ ਨਹੀਂ ਬਦਲਿਆ। ਉਹ ਪਹਿਲਾਂ ਦੀ ਤਰ੍ਹਾਂ ਹੀ ਆਪਣੀ ਪ੍ਰਾਰਥਨਾ ਵਿੱਚ ਲੱਗਾ ਰਿਹਾ। ਸ਼ਾਸਤਰ ਬਾਰ-ਬਾਰ ਦੱਸਦਾ ਹੈ ਕਿ ਦਾਨੀਏਲ ਪਰਮੇਸ਼ਰ ਦੇ ਪ੍ਰਤੀ ਪੂਰੀ ਤਰ੍ਹਾਂ ਵਫਾਦਾਰ ਸੀ। ਇਸ ਲੇਖ ਵਿੱਚ ਰਾਜਾ 2 ਵਾਰ ਉਹਨਾਂ ਨੂੰ ਆਖਦਾ ਹੈ, ਦਾਨੀਏਲ ਤੂੰ ਹੀ ਉਹ ਵਿਅਕਤੀ ਹੈ ਜੋ ਲਗਾਤਾਰ ਆਪਣੇ ਪਰਮੇਸ਼ਰ ਦੀ ਸੇਵਾ ਕਰਦਾ ਹੈ। ਇਹ ਹੀ ਉਸ ਦੀ ਗਵਾਹੀ ਸੀ। ਉਹ ਆਪਣੇ ਵਿਸ਼ਵਾਸ ਦੇ ਪ੍ਰਤੀ ਪੂਰੀ ਤਰ੍ਹਾਂ ਵਫਾਦਾਰ ਸੀ। ਨੰਬਰ 4, ਪਰਮੇਸ਼ਰ ਦੇ ਦੁਆਰਾ ਦਾਨੀਏਲ ਦੀ ਸੁਰੱਖਿਆ। ਦਾਨੀਏਲ 6 ਅਧਿਆਇ 14 ਵਚਨ ਤੋਂ ਲੈ ਕੇ 23 ਵਚਨਾਂ ਤੱਕ। ਅਸੀਂ ਕਹਾਣੀ ਨੂੰ 13ਵੀਂ ਐਤ ਤੇ ਖਤਮ ਕੀਤਾ ਸੀ, ਜਦ ਦਾਨੀਏਲ ਨੂੰ ਸ਼ੇਰਾਂ ਦੀ ਮਾਂਦ ਵਿੱਚ ਸੁੱਟਣ ਦੀ ਤਿਆਰੀ ਹੋ ਚੁੱਕੀ ਸੀ। ਉਸ ਨੂੰ ਸਜ਼ਾ ਦੇਣੀ ਸੀ ਅਤੇ ਨਿਆਂ ਨੂੰ ਪੂਰਾ ਕਰਨਾ ਬਾਕੀ ਸੀ। ਹੁਣ ਅਸੀਂ ਐਤ 14 ਤੋਂ ਲੈ ਕੇ 23 ਵਚਨਾਂ ਵਿੱਚ ਚੱਲਦੇ ਹਾਂ। ਦਾਨੀਏਲ ਨੂੰ ਪਰਮੇਸ਼ਰ ਦੁਆਰਾ ਕਿਵੇਂ ਸੁਰੱਖਿਆ ਮਿਲੀ? ਭਾਗ ਊੜਾ, ਰਾਜੇ ਦੀ ਅਪਰਸੰਨਤਾ। ਸਭ ਤੋਂ ਪਹਿਲਾਂ ਦਾਨੀਏਲ ਦੇ ਇਸ ਭਾਗ ਵਿੱਚ ਜਿੱਥੇ ਦਾਨੀਏਲ ਨੂੰ ਸੁਰੱਖਿਆ ਮਿਲੀ, ਅਸੀਂ ਐਤ 14 ਤੋਂ 15 ਨੂੰ ਧਿਆਨ ਨਾਲ ਵੇਖਦੇ ਹਾਂ ਕਿ ਰਾਜਾ ਕਿਸ ਤਰ੍ਹਾਂ ਪਰੇਸ਼ਾਨ ਹੋ ਗਿਆ। ਇਹ ਇੱਕ ਬਹੁਤ ਹੀ ਰੋਚਕ ਗੱਲ ਹੈ ਕਿ ਜੋ ਤੁਸੀਂ ਸੋਚਿਆ ਸੀ ਕਿ ਇਹ ਹੋਵੇਗਾ, ਪਰ ਉਹ ਨਹੀਂ ਹੁੰਦਾ। ਐਤ 14 ਦੱਸਦੀ ਹੈ, ਜਦ ਰਾਜੇ ਨੇ ਇਹ ਗੱਲ ਸੁਣੀ ਕਿ ਦਾਨੀਏਲ ਨੇ ਆਗਿਆ ਨਾ ਮੰਨਦੇ ਹੋਏ ਆਪਣੇ ਹੀ ਪਰਮੇਸ਼ਰ ਦੀ ਪ੍ਰਾਰਥਨਾ ਕੀਤੀ, ਤਦ ਆਪਣੇ ਆਪ ਵਿੱਚ ਵੱਡਾ ਦੁਖੀ ਹੋਇਆ। ਰਾਜਾ ਆਪਣੇ ਆਪ ਵਿੱਚ ਬਹੁਤ ਦੁਖੀ ਸੀ, ਕਿਉਂ ਜੋ ਉਸ ਨਾਲ ਬੜੀ ਚਲਾਕੀ ਨਾਲ ਕੰਮ ਕੀਤਾ ਗਿਆ ਸੀ। ਉਹ ਦਾਨੀਏਲ ਨੂੰ ਗਵਾਉਣਾ ਨਹੀਂ ਸੀ ਚਾਹੁੰਦਾ। ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਸੀ ਕਿ ਉਸ ਦੇ ਆਪਣੇ ਹੀ ਲੋਕਾਂ ਨੇ ਇਹ ਚਾਲ ਚੱਲੀ ਹੈ ਕਿ ਦਾਨੀਏਲ ਨੂੰ ਮਾਰ ਦਿੱਤਾ ਜਾਵੇ, ਅਤੇ ਸ਼ਾਸਤਰ ਦੱਸਦਾ ਹੈ ਕਿ ਇਸ ਗੱਲ ਲਈ ਰਾਜਾ ਆਪਣੇ ਆਪ ਵਿੱਚ ਬਹੁਤ ਦੁਖੀ ਸੀ। ਉਸ ਨੂੰ ਚਲਾਕੀ ਨਾਲ ਧੋਖਾ ਦਿੱਤਾ ਗਿਆ ਸੀ ਅਤੇ ਇਸ ਲਈ ਉਹ ਆਪਣੇ ਦਿਲ ਵਿੱਚ ਦੁਖੀ ਸੀ। ਹੁਣ ਸ਼ਾਸਤਰ ਦੱਸਦਾ ਹੈ, ਰਾਜੇ ਨੇ ਚਾਹਿਆ ਕਿ ਦਾਨੀਏਲ ਨੂੰ ਛੁਡਾਵੇ ਅਤੇ ਉਹਦੇ ਛੁਡਾਉਣ ਵਾਸਤੇ ਯਤਨ ਕਰਦਾ ਰਿਹਾ। ਬਾਈਬਲ ਦੱਸਦੀ ਹੈ ਕਿ ਰਾਜੇ ਨੇ ਸਵੇਰ ਤੋਂ ਲੈ ਕੇ ਰਾਤ ਤੱਕ ਯਤਨ ਕੀਤਾ। ਅੰਤ ਵਿੱਚ ਦਾਨੀਏਲ ਦੇ ਸਰੀਰਕ ਛੁਟਕਾਰੇ ਦਾ ਸਮੇਂ ਬੀਤ ਗਿਆ। ਤੁਸੀਂ ਜਾਣਦੇ ਹੋ, ਮਾਦੀਆਂ ਅਤੇ ਫਰਾਸੀਆਂ ਦਾ ਕਾਨੂੰਨ ਹੈ, ਜੋ ਮਨਾਹੀ ਦਾ ਪੱਕਾ ਕਾਨੂੰਨ ਅਤੇ ਸ਼ਾਹੀ ਵਿਧੀ ਜੋ ਰਾਜਾ ਠਹਿਰਾਵੇ ਸੋ ਬਦਲੀ ਨਾ ਜਾਵੇ, ਅਤੇ ਉਸ ਦੀ ਪਾਲਣਾ ਉਸੇ ਹੀ ਦਿਨ ਕੀਤੀ ਜਾਏ। ਜਿਸ ਤਰ੍ਹਾਂ ਹੀ ਸਜ਼ਾ ਦਾ ਹੁਕਮ ਹੋ ਜਾਂਦਾ ਹੈ ਤਾਂ ਉਸ ਦੀ ਅਪੀਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਜਾਂਦਾ। ਜਿਸ ਤਰ੍ਹਾਂ ਹੀ ਇਹ ਨਿਰਣੇ ਹੋ ਜਾਂਦਾ ਹੈ ਕਿ ਉਹ ਦੋਸ਼ੀ ਹੈ ਤਾਂ ਉਸ ਦੀ ਸਜ਼ਾ ਉਸੇ ਹੀ ਦਿਨ ਹੋ ਜਾਂਦੀ ਹੈ। ਇਸ ਲਈ ਰਾਜਾ ਦਾਰਾ ਹੁਣ ਅੰਤ ਸਮੇਂ ਵਿੱਚ, ਜਦ ਸੂਰਜ ਅਸਤ ਹੋਣ ਜਾ ਰਿਹਾ ਸੀ, ਕੁਝ ਨਹੀਂ ਕਰ ਸਕਦਾ ਸੀ। ਹੁਣ ਉਸ ਦੇ ਦੁਖੀ ਹੋਣ ਦਾ ਕੋਈ ਇਲਾਜ ਨਹੀਂ ਹੋ ਸਕਦਾ ਸੀ। ਇੱਕ ਇਤਿਹਾਸਕਾਰ ਨੇ ਉਸ ਸਮੇਂ ਦੇ ਬਾਰੇ ਇੱਕ ਗੱਲ ਲਿਖੀ ਹੈ ਕਿ ਉਸ ਸਮੇਂ ਜੇ ਰਾਜਾ ਕਿਸੇ ਬੇਗੁਨਾਹ ਨੂੰ ਮੌਤ ਦੀ ਸਜ਼ਾ ਸੁਣਾ ਦਿੰਦਾ ਸੀ ਅਤੇ ਇਸ ਗੱਲ ਲਈ ਜੇ ਉਹ ਪਛਤਾਉਂਦਾ ਸੀ ਅਤੇ ਆਪਣੇ ਆਪ ਨੂੰ ਦੋਸ਼ੀ ਠਹਿਰਾ ਲੈਂਦਾ ਸੀ ਅਤੇ ਮੰਨ ਲੈਂਦਾ ਸੀ ਕਿ ਉਸ ਕੋਲੋਂ ਗਲਤੀ ਹੋ ਗਈ ਹੈ, ਤਾਂ ਵੀ ਉਹ ਆਪਣੇ ਫੈਸਲੇ ਨੂੰ ਨਹੀਂ ਬਦਲ ਸਕਦਾ ਸੀ, ਕਿਉਂਕਿ ਮਾਦੀ ਅਤੇ ਫਾਰਸੀਆਂ ਦਾ ਇਹ ਨੇਮ ਸੀ ਕਿ ਉਹ ਕਾਨੂੰਨ ਨੂੰ ਬਦਲ ਨਹੀਂ ਸੀ ਸਕਦੇ। ਜੋ ਫੈਸਲਾ ਇੱਕ ਵਾਰ ਕਰ ਦਿੱਤਾ ਸੀ, ਉਹ ਬਦਲਦਾ ਨਹੀਂ ਸੀ। ਸ਼ਾਸਤਰ ਦੇ 6ਵੇਂ ਅਧਿਆਇ ਵਿੱਚ ਅਸੀਂ ਇਸ ਗੱਲ ਦੇ ਬਾਰੇ 4 ਵਾਰ ਪੜ੍ਹਦੇ ਹਾਂ ਕਿ ਇਹ ਬਦਲਿਆ ਨਹੀਂ ਜਾ ਸਕਦਾ ਸੀ। ਐਤ 8 ਆਖਦੀ ਹੈ, ਜੋ ਨਾ ਬਦਲੀ ਜਾਏ। ਐਤ 12, ਜੋ ਬਦਲਿਆ ਨਹੀਂ, ਅਤੇ ਐਤ 15 ਆਖਦੀ ਹੈ, ਸੋ ਬਦਲੀ ਨਾ ਜਾਏ, ਜੋ ਬਦਲੀ ਨਾ ਜਾਏ। ਮਾਦੀ ਅਤੇ ਫਾਰਸੀਆਂ ਦਾ ਕਾਨੂੰਨ ਬਦਲਿਆ ਨਹੀਂ ਜਾ ਸਕਦਾ ਸੀ। ਕੀ ਮੈਂ ਥੋੜ੍ਹੀ ਦੇਰ ਲਈ ਰੁਕ ਸਕਦਾ ਹਾਂ ਅਤੇ ਫਿਰ ਟੱਪ ਕੇ ਕਹਾਣੀ ਵੱਲ ਚੱਲਦਾ ਹਾਂ? ਕੋਈ ਇਸ ਨੂੰ ਬਦਲ ਨਹੀਂ ਸੀ ਸਕਦਾ। ਪਰ ਪਰਮੇਸ਼ਰ, ਜਿਸ ਤਰ੍ਹਾਂ ਅਸੀਂ ਪਿੱਛੇ ਸਿੱਖਿਆ ਸੀ ਕਿ ਦਾਨੀਏਲ ਦੀ ਕਿਤਾਬ ਇੱਕ ਤਸਵੀਰ ਹੈ ਜੋ ਪਰਮੇਸ਼ਰ ਦੇ ਪ੍ਰਬੰਧ ਨੂੰ ਦਰਸਾਉਂਦੀ ਹੈ।
ਸਾਨੂੰ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਸਵਰਗ ਵਿੱਚ ਇੱਕ ਹੈ ਜਿਸ ਉੱਪਰ ਮਾਦੀ ਅਤੇ ਫਾਰਸੀਆਂ ਦੇ ਕਾਨੂੰਨ ਦਾ ਕੋਈ ਅਸਰ ਨਹੀਂ ਹੁੰਦਾ। ਆਮੀਨ, ਆਮੀਨ। ਭਾਗ ਐੜਾ। ਦਾਨੀਆਂ ਨੂੰ ਸ਼ੇਰਾਂ ਦੀ ਮਾਂਦ ਵਿੱਚ ਸੁੱਟਣਾ। 16 ਤੇ 17 ਵਚਨ। ਹੁਣ ਅਸੀਂ ਐਤ 16 ਤੇ 17 ਵਿੱਚ ਆਉਂਦੇ ਹਾਂ ਅਤੇ ਵੇਖਦੇ ਹਾਂ ਕਿ ਰਾਜੇ ਦੇ ਦੁਖੀ ਹੋਣ ਦੇ ਬਾਅਦ ਹੁਣ ਦਾਨੀਏਲ ਨੂੰ ਸ਼ੇਰਾਂ ਦੀ ਮਾਂਦ ਵਿੱਚ ਸੁੱਟਿਆ ਜਾਣਾ ਹੈ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਅਸੀਂ ਹੁਣੇ ਐਤ ਵਿੱਚ ਵੇਖਿਆ ਹੈ ਕਿ ਦਾਨੀਏਲ ਨੂੰ ਦੰਡ ਇਸ ਲਈ ਨਹੀਂ ਦਿੱਤਾ ਗਿਆ ਕਿ ਉਸਨੇ ਕੋਈ ਅਸਲ ਵਿੱਚ ਪਾਪ ਕੀਤਾ ਸੀ, ਪਰ ਇਸ ਲਈ ਦੰਡ ਦਿੱਤਾ ਗਿਆ ਕਿਉਂਕਿ ਉਸਨੇ ਦੁਨਿਆਵੀ ਆਗਿਆ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਸਨੇ ਦੰਡ ਦੇ ਲਾਇਕ ਕੋਈ ਕੰਮ ਨਹੀਂ ਸੀ ਕੀਤਾ। ਉਸਨੇ ਤਾਂ ਉਹੀ ਕੀਤਾ ਜੋ ਹਮੇਸ਼ਾ ਤੋਂ ਕਰਦਾ ਆ ਰਿਹਾ ਸੀ। ਉਸਨੇ ਪ੍ਰਾਰਥਨਾ ਕੀਤੀ ਸੀ। ਉਸਨੇ ਸ਼ਰਧਾ ਨਾਲ ਆਪਣੀ ਆਦਤ ਦੇ ਅਨੁਸਾਰ ਕੀਤਾ ਸੀ ਅਤੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਉਸ ਨੂੰ ਹੁਣ ਦੰਡ ਦਿੱਤਾ ਜਾ ਰਿਹਾ ਸੀ। ਤੁਸੀਂ ਇਹ ਤਸਵੀਰ ਜ਼ਰੂਰ ਆਪਣੇ ਮਨ ਵਿੱਚ ਵੇਖੀ ਹੋਵੇਗੀ ਕਿ ਦਾਨੀਏਲ ਸ਼ੇਰਾਂ ਦੀ ਮਾਂਦ ਵਿੱਚ ਚਿੰਤਾ ਵਿੱਚ ਡੁੱਬਿਆ ਹੋਇਆ ਆਪਣੇ ਦੋਵੇਂ ਹੱਥ ਪਿੱਠ ਪਿੱਛੇ ਰੱਖ ਕੇ ਖੜਾ ਹੈ ਅਤੇ 2 ਜਾਂ 3 ਸ਼ੇਰ ਉਸ ਨੂੰ ਘੂਰ ਰਹੇ ਹਨ। ਤੁਸੀਂ ਇਹ ਤਸਵੀਰ ਜ਼ਰੂਰ ਵੇਖੀ ਹੋਵੇਗੀ। ਠੀਕ ਹੈ, ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਇਹ ਦੱਸ ਕੇ ਕਿ ਉਸ ਰਾਤ ਕੀ ਹੋਇਆ ਤੁਹਾਡੇ ਮਨ ਦੀ ਤਸਵੀਰ ਨੂੰ ਬਦਲ ਦਿਆਂ। ਮੈਂ ਹੁਣ ਟੱਪ ਕੇ ਕੁਝ ਦੇਰ ਲਈ ਮੂਲ ਗ੍ਰੰਥ ਵਿੱਚ ਕੁਝ ਦੇਰ ਲਈ ਚੱਲਦਾ ਹਾਂ ਅਤੇ ਤੁਹਾਨੂੰ ਐਤ 24 ਵਿੱਚ ਲੈ ਜਾਂਦਾ ਹਾਂ, ਜਿੱਥੇ ਅਸੀਂ ਵੇਖਦੇ ਹਾਂ ਕਿ ਉਹਨਾਂ ਮਨੁੱਖਾਂ ਨੂੰ ਜਿਨ੍ਹਾਂ ਨੇ ਦਾਨੀਏਲ ਤੇ ਦੋਸ਼ ਲਗਾਇਆ ਸੀ ਅਤੇ ਉਹਨਾਂ ਦੇ ਬਾਲ ਬੱਚਿਆਂ ਅਤੇ ਤੀਵੀਆਂ ਸਣੇ ਸ਼ੇਰਾਂ ਦੇ ਘੁਰੇ ਵਿੱਚ ਸੁੱਟ ਦਿੱਤੇ ਅਤੇ ਬਾਈਬਲ ਦੱਸਦੀ ਹੈ ਸ਼ੇਰ ਉਹਨਾਂ ਤੇ ਬਲਵਾਨ ਹੋਏ ਅਤੇ ਘੁਰੇ ਦੇ ਥੱਲੇ ਤੋੜੀ ਉੱਪਣ ਤੋਂ ਪਹਿਲਾਂ ਹੀ ਸ਼ੇਰਾਂ ਨੇ ਉਹਨਾਂ ਦੀਆਂ ਹੱਡੀਆਂ ਤੋੜ ਤਾੜ ਸੁੱਟੀਆਂ। ਜਰਾ ਕੁਝ ਦੇਰ ਲਈ ਰੁਕੋ। ਕੁੱਲ ਕਿੰਨੇ ਲੋਕ ਸਨ? ਕੁੱਲ ਰਾਜ ਉੱਤੇ ਸਰਦਾਰੀ ਕਰਨ ਲਈ ਅਤੇ ਉਹਨਾਂ ਉੱਤੇ ਕਿੰਨੇ ਪ੍ਰਧਾਨ ਸੀ? ਮੈਂ ਪਿੱਛੇ ਜਾ ਕੇ ਇਸ ਦੇ ਬਾਰੇ ਪਤਾ ਲਗਾਇਆ। ਕੁੱਲ 122 ਅਤੇ ਹੋਰ ਦੂਜੇ ਜੋ ਉਹਨਾਂ ਦੇ ਪਰਿਵਾਰ ਵਿੱਚ ਸਨ ਸ਼ੇਰਾਂ ਦੀ ਮਾਂਦ ਵਿੱਚ ਸੁੱਟ ਦਿੱਤੇ ਗਏ। ਕੀ ਤੁਸੀਂ ਜਾਣਦੇ ਹੋ ਕਿੰਨੇ ਸ਼ੇਰ ਸਨ? ਜੋ ਲਗਭਗ 400 ਆਦਮੀਆਂ ਨੂੰ ਅਤੇ ਘੁਰੇ ਦੇ ਥੱਲੇ ਤੋੜੀ ਉੱਪੜਨ ਤੋਂ ਪਹਿਲਾਂ ਹੀ ਸ਼ੇਰਾਂ ਨੇ ਉਹਨਾਂ ਦੀਆਂ ਹੱਡੀਆਂ ਤੋੜ ਤਾੜ ਸੁੱਟੀਆਂ। ਮੇਰੇ ਦੋਸਤੋ, ਕਾਫੀ ਸ਼ੇਰ ਸਨ। ਇੱਕ ਲੇਖਕ ਨੇ ਬੜੇ ਸੁੰਦਰ ਤਰੀਕੇ ਨਾਲ ਇਸ ਗੱਲ ਨੂੰ ਬਿਆਨ ਕੀਤਾ ਹੈ ਕਿ ਉਸ ਵੇਲੇ ਕਿਸ ਤਰ੍ਹਾਂ ਹੋਇਆ ਹੋਵੇਗਾ। ਸੁਣੋ। ਜਿਸ ਤਰ੍ਹਾਂ ਹੀ ਚੌਕੀਦਾਰ ਨੇ ਮਾਂ ਦੀ ਮੂੰਹ ਨੂੰ ਬੰਦ ਕਰਕੇ ਚਲਾ ਗਿਆ, ਦਾਨੀਏਲ ਮਾਂ ਦੇ ਫਰਸ਼ ਉੱਤੇ ਖਿਸਕਦਾ ਹੋਇਆ ਅੱਗੇ ਵਧਿਆ। ਇੱਕ ਵੱਡਾ ਸ਼ੇਰ ਆਪਣੀ ਗੁਫਾ ਵਿੱਚੋਂ ਬਾਹਰ ਨਿਕਲਿਆ। ਸਭ ਕੁਝ ਠਹਿਰ ਗਿਆ, ਪਰ ਅਚਾਨਕ ਇੰਜ ਲੱਗਾ ਜਿਵੇਂ ਕਿਸੇ ਹੱਥ ਨੇ ਲਗਾਮ ਨੂੰ ਫੜ ਕੇ ਜੰਗੀ ਘੋੜੇ ਤੇ ਕਾਬੂ ਕਰ ਲਿਆ ਹੈ। ਸ਼ੇਰ ਦੀ ਗਰਜ ਖਤਮ ਹੋ ਗਈ ਅਤੇ ਜਿਨ੍ਹਾਂ ਲੋਕਾਂ ਨੇ ਦਾਨੀਏਲ ਨੂੰ ਮਾਰਨ ਲਈ ਇਹ ਵਿਹੋਰ ਰਚਨਾ ਰਚੀ ਸੀ, ਵੇਖ ਕੇ ਦੰਗ ਰਹਿ ਗਏ ਕਿ ਇਹ ਵਿਅਕਤੀ ਮਾਂ ਦੇ ਵਿੱਚ ਬੜੇ ਹੀ ਆਰਾਮ ਨਾਲ ਖੜਾ ਹੈ। ਸ਼ੇਰ ਨੱਕ ਦੇ ਰਾਹੀਂ ਫਰਾਟੇ ਮਾਰਦੇ ਰਿਹਾ ਅਤੇ ਦੂਸਰੇ ਆਪਣੀ ਗੁਫਾ ਵਿੱਚ ਵਾਪਸ ਚਲੇ ਗਏ ਅਤੇ ਕੁਝ ਸ਼ੇਰ ਫਰਸ਼ ਤੇ ਬੈਠੇ ਆਵਾਸੀਆਂ ਲੈਣ ਲੱਗ ਪਏ, ਪਰ ਇੱਕ ਵੀ ਇਸ ਵਿਅਕਤੀ ਤੇ ਹਮਲਾ ਨਾ ਕਰ ਸਕਿਆ। ਯਹੋਵਾ ਦਾ ਧੰਨਵਾਦ ਹੋਵੇ। ਨਬੀ ਦੇ ਸਾਹ ਵਿੱਚ ਸਾਹ ਆ ਗਿਆ। ਉਸਨੇ ਇਹਨਾਂ ਖੂਖਾਰ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ ਅਤੇ ਇਹ ਮੇਰਾ ਹੁਣ ਕੁਝ ਨਹੀਂ ਵਿਗਾੜਨਗੇ। ਉਹ ਮਾਂ ਤੇ ਫਰਸ਼ ਤੇ ਬੈਠ ਗਿਆ ਅਤੇ ਆਪਣੀ ਪਿੱਠ ਨੂੰ ਪਿੱਛੇ ਸਹਾਰਾ ਦਿੰਦੇ ਹੋਏ ਰਾਤ ਬਿਤਾਉਣ ਲਈ ਸੋਚਣ ਲੱਗਾ। ਉਸ ਵੇਲੇ ਸ਼ੇਰ ਦੇ 2 ਬੱਚੇ ਉਸ ਵੱਲ ਆਏ ਅਤੇ ਉਹ ਦੱਬੇ ਪੈਰਾਂ ਨਾਲ ਆਏ ਜਿਸ ਤਰ੍ਹਾਂ ਕਿ ਹਮਲਾ ਕਰਨਗੇ, ਪਰ ਉਹ ਤਾਂ ਦੋਸਤੀ ਦੇ ਮਾਹੌਲ ਵਿੱਚ ਆਏ ਸਨ ਅਤੇ ਦੋਵੇਂ ਸ਼ੇਰਾਂ ਦੇ ਬੱਚੇ ਦਾਨੀਏਲ ਦੇ ਦੋਵੇਂ ਪਾਸੇ ਇੰਜ ਆ ਕੇ ਬੈਠ ਗਏ ਕਿ ਉਸ ਨੂੰ ਸਕੂਨ ਦਈਏ ਜੋ ਕਾਲ ਕੋਠੜੀ ਵਿੱਚ ਕੰਬ ਰਿਹਾ ਸੀ। ਸ਼ੇਰ ਦੇ ਬੱਚਿਆਂ ਦੀ ਮਾਂ, ਜੋ ਕਾਫੀ ਬੁੱਢੀ ਸੀ, ਹੌਲੀ-ਹੌਲੀ ਚੱਲ ਕੇ ਆਈ ਅਤੇ ਨਬੀ ਦੇ ਸਾਹਮਣੇ ਆ ਕੇ ਬੈਠ ਗਈ। ਉਸਨੇ ਬੜੇ ਪਿਆਰ ਨਾਲ ਉਹਨਾਂ ਦੀ ਪਿੱਠ ਤੇ ਹੱਥ ਫੇਰਿਆ ਅਤੇ ਉਹਨਾਂ ਨੇ ਉਸ ਦੇ ਹੱਥ ਨੂੰ ਚੱਟਣਾ ਸ਼ੁਰੂ ਕਰ ਦਿੱਤਾ। ਉਸਨੇ ਇੱਕ ਬੱਚੇ ਉੱਤੇ ਸਰਾਣੇ ਦੀ ਤਰ੍ਹਾਂ ਸਿਰ ਰੱਖ ਕੇ ਲੇਟ ਗਿਆ ਅਤੇ ਬਾਕੀ ਉਹਦੇ ਆਲੇ ਦੁਆਲੇ ਸ਼ਾਂਤੀ ਨਾਲ ਸੋ ਗਏ। ਭਾਗ ਈੜੀ। ਰਾਜੇ ਦਾ ਦੁਖੀ ਹੋਣਾ। 6 ਵਚਨ ਤੋਂ ਲੈ ਕੇ 18 ਵਚਨ ਤੱਕ। ਆਓ ਕੁਝ ਦੇਰ ਲਈ ਅਸੀਂ ਪਿੱਛੇ ਚੱਲੀਏ ਅਤੇ ਆਇਤ 18। ਤਦ ਰਾਜਾ ਆਪਣੇ ਮਹਿਲ ਵਿੱਚ ਗਿਆ ਤੇ ਉਸਨੇ ਸਾਰੀ ਰਾਤ ਵਰਤ ਰੱਖਿਆ ਅਤੇ ਉਸ ਦੇ ਅੱਗੇ ਕੋਈ ਸ਼ੁਗਲ ਵਾਲੀ ਚੀਜ਼ ਨਾ ਲਿਆਂਦੀ ਗਈ ਅਤੇ ਉਸ ਦੀ ਨੀਂਦ ਜਾਂਦੀ ਰਹੀ। ਕੀ ਇਹ ਇੱਕ ਬਹੁਤ ਅੱਛੀ ਗੱਲ ਨਹੀਂ ਕਿ ਬਾਈਬਲ ਦੀ ਇਹ ਗੱਲ ਟੀਵੀ ਦੇ ਨਾਵਲ ਵਰਗੀ ਲੱਗ ਰਹੀ ਹੈ? ਕੀ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਇੱਕ ਕਹਾਣੀ ਪੜ੍ਹ ਰਹੇ ਹੋ ਅਤੇ ਇਹ ਤੁਹਾਨੂੰ ਦੱਸਦੀ ਹੈ ਕਿ ਉਹ ਦਾਨੀਏਲ ਨੂੰ ਲੈ ਆਏ ਅਤੇ ਉਹਨਾਂ ਨੇ ਮਾਂ ਦੀ ਉਹ ਮੋਰੀ ਖੋਲੀ ਜਿਹੜੀ ਇੱਕ ਪਾਸੇ ਅੰਦਰ ਜਾਣ ਲਈ ਸੀ ਅਤੇ ਉਹਨਾਂ ਨੇ ਉਸ ਨੂੰ ਅੰਦਰ ਸੁੱਟ ਦਿੱਤਾ
ਉਹਨਾਂ ਨੇ ਉਹ ਮੋਰੀ ਬੰਦ ਕਰ ਦਿੱਤੀ। ਤਦ ਉਹਨਾਂ ਨੇ ਆਖਿਆ, ਠੀਕ ਹੈ, ਹੁਣ ਅਸੀਂ ਮਹਿਲ ਨੂੰ ਚੱਲੀਏ। ਅਤੇ ਹੁਣ ਕੀ ਹੋ ਰਿਹਾ ਸੀ ਤੁਸੀਂ ਨਹੀਂ ਜਾਣਦੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜੋ ਮੈਂ ਸੋਚਦਾ ਹਾਂ ਕੀ ਹੋ ਰਿਹਾ ਸੀ, ਪਰ ਇਹ ਬਾਈਬਲ ਵਿੱਚ ਨਹੀਂ ਹੈ। ਤੁਸੀਂ ਹੁਣ ਐਤ 17 ਵੱਲ ਵੇਖੋ ਜੋ ਦੱਸਦੀ ਹੈ। ਅਤੇ ਇੱਕ ਪੱਥਰ ਲਿਆਂਦਾ ਗਿਆ ਅਤੇ ਉਸ ਘੁਰੇ ਦੇ ਮੂੰਹ ਤੇ ਰੱਖਿਆ ਗਿਆ ਅਤੇ ਰਾਜੇ ਨੇ ਆਪਣੀ ਅਤੇ ਪ੍ਰਧਾਨਾਂ ਦੀ ਮੋਹਰ ਉਹਦੇ ਉੱਤੇ ਲਾ ਦਿੱਤੀ। ਇਸ ਲਈ ਭਾਈ ਜੋ ਗੱਲ ਦਾਨੀਏਲ ਲਈ ਠਹਿਰਾਈ ਗਈ ਹੈ ਨਾ ਬਦਲੇ। ਤਦ ਰਾਜਾ ਆਪਣੇ ਮਹਿਲ ਨੂੰ ਚਲਾ ਗਿਆ। ਕੌਣ ਪ੍ਰਵਾਹ ਕਰਦਾ ਹੈ? ਮੈਂ ਇਸ ਗੱਲ ਦੀ ਪ੍ਰਵਾਹ ਨਹੀਂ ਕਰਦਾ ਕਿ ਮਹਿਲ ਵਿੱਚ ਕੀ ਹੋ ਰਿਹਾ ਸੀ, ਦਾਨੀਏਲ ਨਾਲ ਉੱਥੇ ਕੀ ਹੋ ਰਿਹਾ ਸੀ। ਸਾਨੂੰ ਕੁਝ ਦੇਰ ਲਈ ਰੁਕਣਾ ਚਾਹੀਦਾ ਹੈ। ਅਸੀਂ ਨਹੀਂ ਜਾਣਦੇ ਕੀ ਹੋ ਰਿਹਾ ਸੀ, ਕਿਉਂਕਿ ਤੁਸੀਂ ਵੇਖਦੇ ਹੋ ਹੁਣ ਅਗਲਾ ਦ੍ਰਿਸ਼ ਵੇਖਣ ਦੇ ਸਮੇਂ ਟੀਵੀ ਤੇ ਵੀ ਹਮੇਸ਼ਾ ਇਸ ਤਰ੍ਹਾਂ ਹੀ ਹੁੰਦਾ ਹੈ। ਅਸਲ ਵਿੱਚ ਮੈਂ ਟੀਵੀ ਜ਼ਿਆਦਾ ਨਹੀਂ ਵੇਖਦਾ, ਪਰ ਇੱਕ ਚੀਜ਼ ਹੈ ਜੋ ਮੈਂ ਅਕਸਰ ਵੇਖਦਾ ਹਾਂ। ਜਦ ਕੋਈ ਮਜ਼ੇਦਾਰ ਨਾਵਲ ਹੁੰਦਾ ਹੈ ਅਤੇ ਅਸੀਂ ਉਸ ਨੂੰ ਗੌਰ ਨਾਲ ਵੇਖ ਰਹੇ ਹੁੰਦੇ ਹਾਂ ਅਤੇ ਮੈਂ ਸੋਚਦਾ ਹਾਂ ਥੋੜ੍ਹੀ ਦੇਰ ਲਈ ਰੁਕ ਜਾਂਦੇ ਹਨ ਅਤੇ ਸ਼ਬਦ ਆ ਜਾਂਦੇ ਹਨ, ਅੱਗੇ ਚੱਲ ਰਿਹਾ ਹੈ। ਸਕਰੀਨ ਤੇ ਅਸੀਂ ਇਹਨਾਂ ਨੂੰ ਪੜ੍ਹਦੇ ਹਾਂ। ਮੈਂ ਇਸ ਦੀ ਕੋਈ ਖਾਸ ਮਹੱਤਤਾ ਨਹੀਂ ਸਮਝਦਾ ਅਤੇ ਮੈਂ ਇਸ ਨੂੰ ਹੋਰ ਜ਼ਿਆਦਾ ਵੇਖਣਾ ਨਹੀਂ ਚਾਹੁੰਦਾ। ਬਾਈਬਲ ਐਤ 18 ਵਿੱਚ ਦੱਸਦੀ ਹੈ ਕਿ ਰਾਜਾ ਦਾਰਾ ਆਪਣੇ ਮਹਿਲ ਵਿੱਚ ਵਾਪਸ ਗਿਆ ਅਤੇ ਸੋ ਨਾ ਸਕਿਆ ਅਤੇ ਨਾ ਹੀ ਕੁਝ ਖਾ ਸਕਿਆ। ਅਤੇ ਇਹ ਦੱਸਦੀ ਹੈ ਕਿ ਉਹ ਆਪਣਾ ਧਿਆਨ ਕਿਸੇ ਹੋਰ ਪਾਸੇ ਵੀ ਨਾ ਲਗਾ ਸਕਿਆ। ਇਹ ਐਤ ਦੱਸ ਰਹੀ ਹੈ ਉਸ ਦੇ ਅੱਗੇ ਕੋਈ ਸ਼ੁਗਲ ਵਾਲੀ ਚੀਜ਼ ਨਾ ਲਿਆਂਦੀ ਗਈ। ਇਹ ਉਸ ਦੇ ਧਿਆਨ ਨੂੰ ਬਦਲਣ ਦੇ ਲਈ ਹੈ। ਕਿਸੇ ਵਿਦਵਾਨ ਨੇ ਇਹ ਵਿਸ਼ਵਾਸ ਕੀਤਾ ਹੈ ਕਿ ਇਹ ਐਤ ਦੱਸ ਰਹੀ ਹੈ ਕਿ ਨੱਚਣ ਵਾਲੀਆਂ ਔਰਤਾਂ ਲਿਆਂਦੀਆਂ ਗਈਆਂ ਤਾਂ ਕਿ ਰਾਜੇ ਦਾ ਧਿਆਨ ਬਦਲਿਆ ਜਾ ਸਕੇ, ਪਰ ਇਸ ਦਾ ਕੁਝ ਲਾਭ ਨਾ ਹੋਇਆ। ਉਹ ਕੋਈ ਰਾਹ ਨਾ ਕੱਢ ਸਕੇ ਰਾਜੇ ਦੇ ਦੁਖੀ ਦਿਲ ਨੂੰ ਸਕੂਨ ਦੇ ਸਕਣ, ਜੋ ਇਸ ਲਈ ਦੁਖੀ ਸੀ ਕਿ ਉਸ ਦਾ ਦੋਸਤ ਸ਼ੇਰਾਂ ਦੀ ਮਾਂਦ ਵਿੱਚ ਸੁੱਟਿਆ ਗਿਆ ਸੀ। ਧਿਆਨ ਦੇਵੋ, ਹੁਣ ਦਾਨੀਏਲ ਪੂਰੇ ਮਹਿਲ ਉੱਤੇ ਛਾਇਆ ਹੋਇਆ ਸੀ। ਰਾਜਾ ਉਸ ਲਈ ਪੂਰੀ ਤਰ੍ਹਾਂ ਪਰੇਸ਼ਾਨ ਸੀ। ਉਹ ਆਪਣੇ ਇੱਕ ਮਿੱਤਰ ਨੂੰ ਗਵਾਉਣ ਜਾ ਰਿਹਾ ਸੀ, ਆਪਣੇ ਪੂਰੇ ਰਾਜ ਦੇ ਨੰਬਰ 1 ਸ਼ਾਸਕ ਨੂੰ ਗਵਾਉਣ ਜਾ ਰਿਹਾ ਸੀ। ਬਾਈਬਲ ਦੱਸਦੀ ਹੈ ਕਿ ਉਸ ਨੇ ਜਾਣ-ਬੁੱਝ ਕੇ ਲਾਪਰਵਾਹੀ ਨਾਲ ਸ਼ੇਰਾਂ ਦੀ ਮਾਂਦ ਵਿੱਚ ਨਹੀਂ ਸੁੱਟਿਆ ਸੀ। ਉਹ ਦਾਨੀਏਲ ਦੀ ਮੌਤ ਲਈ ਆਪਣੇ ਹੀ ਮਿੱਥਿਆ ਹੰਕਾਰ ਦੇ ਪ੍ਰਤੀ ਜ਼ਿੰਮੇਦਾਰ ਸੀ, ਜਦਕਿ ਦੋਸ਼ੀ ਠਹਿਰਾਇਆ ਗਿਆ ਵਿਅਕਤੀ ਆਰਾਮ ਵਿੱਚ ਸੀ ਅਤੇ ਜਿਸ ਦੇ ਕਾਰਨ ਦੋਸ਼ ਲੱਗਾ ਸੀ ਉਹ ਪਰੇਸ਼ਾਨ ਸੀ। ਮੈਂ ਇਸ ਹਫ਼ਤੇ ਸੋਚਿਆ ਜਿਨ੍ਹਾਂ ਨੇ ਉਸ ਰਾਤ ਭੋਜਨ ਨਹੀਂ ਲਿਆ ਸੀ ਉਹ ਰਾਜਾ ਅਤੇ ਸ਼ੇਰ ਸਨ। ਕਿ ਇਹ ਮਜ਼ੇਦਾਰ ਗੱਲ ਨਹੀਂ ਹੈ? ਭਾਗ ਸੱਸਾ। ਸ਼ੇਰਾਂ ਦੀ ਮਾਂਦ ਵਿੱਚ ਦਾਨੀਏਲ ਦਾ ਛੁਟਕਾਰਾ 6 ਅਧਿਆਏ 19 ਵਚਨ ਤੋਂ ਲੈ ਕੇ 23 ਵਚਨਾਂ ਤੱਕ। ਨੰਬਰ 1, ਦਾਨੀਏਲ ਦਾ ਉੱਤਰ। ਆਓ ਹੁਣ ਅਸੀਂ ਐਤ 19 ਤੋਂ ਲੈ ਕੇ 23 ਵਿੱਚ ਚੱਲਦੇ ਹਾਂ ਅਤੇ ਇੱਥੇ ਅਸੀਂ ਸ਼ੇਰਾਂ ਦੀ ਮਾਂਦ ਵਿੱਚ ਦਾਨੀਏਲ ਦੇ ਛੁਟਕਾਰੇ ਨੂੰ ਵੇਖਦੇ ਹਾਂ। ਐਤ 19 ਦੱਸਦੀ ਹੈ, ਤਾਂ ਰਾਜਾ ਮੂੰਹ ਹਨੇਰੇ ਹੀ ਉੱਠਿਆ ਅਤੇ ਛੇਤੀ ਨਾਲ ਸ਼ੇਰਾਂ ਦੇ ਘੁਰੇ ਵੱਲ ਗਿਆ। ਅਤੇ ਜਦੋਂ ਉਹ ਘੁਰੇ ਮੁੜ ਦਾਨੀਏਲ ਕੋਲ ਜਾ ਪੁੱਜਾ ਤੇ ਚਿੰਤਾ ਦੀ ਆਵਾਜ਼ ਨਾਲ ਪੁਕਾਰਿਆ। ਰਾਜੇ ਨੇ ਦਾਨੀਏਲ ਨੂੰ ਆਖਿਆ, ਹੇ ਦਾਨੀਏਲ, ਜਿਉਂਦੇ ਪਰਮੇਸ਼ਰ ਦੇ ਉਪਾਸਕ, ਕੀ ਤੇਰਾ ਪਰਮੇਸ਼ਰ, ਜਿਹਦੀ ਉਪਾਸਨਾ ਤੂੰ ਹਮੇਸ਼ਾ ਕਰਦਾ ਹਾਂ, ਤੈਨੂੰ ਸ਼ੇਰਾਂ ਤੋਂ ਛੁਡਾਉਣ ਦੇ ਯੋਗ ਹੋਇਆ? ਤਦ ਦਾਨੀਏਲ ਨੇ ਰਾਜੇ ਨੂੰ ਆਖਿਆ, ਹੇ ਰਾਜਨ, ਜੁਗੋ ਜੁਗ ਜੀ, ਮੇਰੇ ਪਰਮੇਸ਼ਰ ਨੇ ਆਪਣੇ ਦੂਤ ਨੂੰ ਭੇਜਿਆ ਅਤੇ ਸ਼ੇਰਾਂ ਦੇ ਮੂੰਹ ਨੂੰ ਬੰਦ ਰੱਖਿਆ, ਇੱਥੋਂ ਤੱਕ ਕਿ ਉਹਨਾਂ ਨੇ ਮੈਨੂੰ ਰਤਾ ਭਰ ਵੀ ਮੈਨੂੰ ਦੁੱਖ ਨਹੀਂ ਦਿੱਤਾ। ਇਸ ਕਰਕੇ ਜੋ ਉਸ ਦੇ ਸਨਮੁਖ ਮੇਰੇ ਵਿੱਚ ਬੇਦੋਸ਼ੀ ਪਾਈ ਗਈ ਅਤੇ ਤੇਰੇ ਅੱਗੇ ਵੀ, ਹੇ ਰਾਜਨ, ਮੈਂ ਦੋਸ਼ ਵੀ ਨਹੀਂ ਕੀਤਾ। ਤਾਂ ਰਾਜਾ ਆਪਣੇ ਆਪ ਵਿੱਚ ਉਹਦੇ ਲਈ ਬਹੁਤ ਖੁਸ਼ ਹੋਇਆ ਅਤੇ ਆਗਿਆ ਦਿੱਤੀ ਕਿ ਦਾਨੀਏਲ ਨੂੰ ਉਸ ਘੋਰੇ ਤੋਂ ਕੱਢੋ। ਸੋ ਦਾਨੀਏਲ ਉਸ ਘੋਰੇ ਤੋਂ ਕੱਢਿਆ ਗਿਆ ਅਤੇ ਉਸ ਦੇ ਉੱਤੇ ਰਤੀ ਵੀ ਔਖ ਨਾ ਲੱਭਾ, ਇਸ ਕਰਕੇ ਜੋ ਉਸਨੇ ਆਪਣੇ ਪਰਮੇਸ਼ਰ ਉੱਤੇ ਪ੍ਰਤੀਤੀ ਕੀਤੀ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਭਨਾਂ ਦੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 6 ਅਧਿਆਇ ਦੀ 14 ਆਇਤ ਤੋਂ ਲੈ ਕੇ 23 ਆਇਤਾਂ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰ ਰਹੇ ਸੀ। ਦਾਨੀਏਲ ਨਬੀ ਦੀ ਪੁਸਤਕ ਦੇ 6ਵੇਂ ਅਧਿਆਇ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਪਰਮੇਸ਼ਰ ਦਾ ਇਹੋ ਹੀ ਉਦੇਸ਼ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਅਜੀਬੋ ਗਰੀਬ ਤਰੀਕੇ ਨਾਲ ਛੁਟਕਾਰਾ ਪ੍ਰਦਾਨ ਕਰੇ, ਪਰ ਕਈ ਵਾਰ ਉਹ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ।
ਅਸੀਂ ਜਾਣਿਆ ਕਿ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰਨ ਦਾ ਅਰਥ ਇੱਕ ਵਾਅਦਾ ਨਹੀਂ ਹੈ ਕਿ ਸ਼ੇਰ ਤੁਹਾਨੂੰ ਨਹੀਂ ਖਾਣਗੇ। ਜਿਸ ਤਰ੍ਹਾਂ ਕਿ ਦਾਨੀਏਲ ਦੇ ਨਾਲ ਹੋਇਆ, ਛੁਟਕਾਰਾ ਪਰਮੇਸ਼ਰ ਦੀ ਇੱਕ ਯੋਜਨਾ ਹੈ। ਅਸੀਂ ਜਾਣਿਆ ਕਿ ਦਾਨੀਏਲ ਆਪਣੇ ਵਿਅਕਤੀਗਤ ਜੀਵਨ ਦੇ ਵਿੱਚ ਬਿਲਕੁਲ ਪਾਕ ਅਤੇ ਸਾਫ਼ ਸੁਥਰਾ ਸੀ। ਉਸ ਦੇ ਵਿੱਚ ਕੋਈ ਵੀ ਦਾਗ ਨਹੀਂ ਸੀ। ਉਹ ਆਪਣੇ ਜੀਵਨ ਦੇ ਵਿੱਚ ਪ੍ਰਾਰਥਨਾ ਕਰਨ ਦੇ ਪ੍ਰਤੀ ਵਫਾਦਾਰ ਸੀ। ਉਸ ਦੇ ਦੁਸ਼ਮਣਾਂ ਨੇ ਇਸੇ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਜਾਣਿਆ ਕਿ ਦਾਨੀਏਲ ਆਪਣੇ ਵਿਸ਼ਵਾਸ ਦੇ ਪ੍ਰਤੀ ਪੂਰੀ ਤਰ੍ਹਾਂ ਨਾਲ ਵਫਾਦਾਰ ਸੀ। ਅਸੀਂ ਪਰਮੇਸ਼ਰ ਦੇ ਦੁਆਰਾ ਦਾਨੀਏਲ ਦੀ ਸੁਰੱਖਿਆ ਬਾਰੇ ਵੀ ਜਾਣਿਆ। ਅਸੀਂ ਵੇਖਿਆ ਕਿ ਰਾਜਾ ਦਾਰਾ ਇਹ ਜਾਣ ਕੇ ਬਹੁਤ ਦੁਖੀ ਹੋਇਆ ਕਿ ਦਾਨੀਏਲ ਨੇ ਉਸ ਦੀ ਗੱਲ ਨਹੀਂ ਮੰਨੀ, ਪਰ ਆਪਣੇ ਪਰਮੇਸ਼ਰ ਦੇ ਅੱਗੇ ਫਿਰ ਵੀ ਉਹਨੇ ਪ੍ਰਾਰਥਨਾ ਕੀਤੀ। ਰਾਜੇ ਨੇ ਨਿਆਏ ਅਨੁਸਾਰ ਹੁਣ ਉਸ ਨੂੰ ਸ਼ੇਰਾਂ ਦੀ ਮਾਂਦ ਵਿੱਚ ਸੁੱਟ ਦਿੱਤਾ। ਅਸੀਂ ਅੱਜ ਦੇ ਵਚਨਾਂ ਤੋਂ ਇਹ ਸਿੱਖਿਆ ਕਿ ਪਰਮੇਸ਼ਵਰ ਨੇ ਦਾਨੀਏਲ ਨੂੰ ਸ਼ੇਰਾਂ ਦੀ ਮਾਂਦ ਵਿੱਚੋਂ ਵੀ ਬਚਾ ਲਿਆ। ਪਰ ਉਸ ਦੇ ਦੁਸ਼ਮਣ ਜਦੋਂ ਮਾਂਦ ਵਿੱਚ ਸੁੱਟੇ ਗਏ ਤਾਂ ਸ਼ੇਰਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਫਾੜ ਖਾਇਆ। ਦਾਨੀਏਲ ਨਬੀ ਦਾ ਬਾਲ ਵੀ ਨਹੀਂ ਵਿਗੜਿਆ। ਸਾਡੇ ਪਰਮੇਸ਼ਵਰ ਦੀ ਮਹਿਮਾ ਹੋਏ ਜੋ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਸ਼ੇਰਾਂ ਦੇ ਮੂੰਹ ਵੀ ਬੰਦ ਕਰ ਸਕਦਾ ਹੈ। ਆਓ ਅਖੀਰ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ। ਪਿਤਾ ਪਰਮੇਸ਼ਰ, ਅੱਜ ਇੱਕ ਵਾਰੀ ਫਿਰ ਤੋਂ ਪਿਤਾ ਤੁਸੀਂ ਸਾਡੇ ਉੱਤੇ ਰਹਿਮ ਕੀਤਾ। ਅਸੀਂ ਪ੍ਰਭੂ ਜੀ ਇਸ ਗੱਲ ਨੂੰ ਸਮਝ ਪਾਏ ਕਿ ਕੋਈ ਵੀ ਸਾਨੂੰ ਪਿਤਾ ਪਰਮੇਸ਼ਰ ਆਤਮਿਕ ਤੌਰ ਤੇ ਬਲੈਕਮੇਲ ਨਾ ਕਰਨ ਪਾਏ। ਪ੍ਰਭੂ ਜੀ ਸਾਡੇ ਰਿਸ਼ਤੇ ਤੁਹਾਡੇ ਰਿਸ਼ਤਿਆਂ ਦੇ ਵਿੱਚ ਰੁਕਾਵਟ ਨਾ ਬਣਨ। ਪਿਤਾ ਪਰਮੇਸ਼ਰ, ਜਿਸ ਤਰ੍ਹਾਂ ਦਾਨੀਏਲ ਨਬੀ ਦੇ ਦਾਰਾ ਰਾਜਾ ਦੇ ਨਾਲ ਅੱਛੇ ਸੰਬੰਧ ਸੀ, ਲੇਕਿਨ ਉਸਨੇ ਉਸਦੀ ਗਲਤ ਗੱਲਾਂ ਦੇ ਵਿੱਚ ਉਹਦਾ ਸਾਥ ਨਹੀਂ ਦਿੱਤਾ। ਉਸਨੇ ਉਹਦੀ ਇਸ ਗੱਲ ਨੂੰ ਨਹੀਂ ਮੰਨਿਆ ਕਿ ਉਹ ਪਰਮੇਸ਼ਰ ਦੀ ਆਰਾਧਨਾ ਕਰਨੀ ਛੱਡ ਦੇ। ਉਹ ਪੂਰੀ ਤਰ੍ਹਾਂ ਪ੍ਰਭੂ ਜੀ ਵਫਾਦਾਰੀ ਨਾਲ ਤੁਹਾਡੇ ਅੱਗੇ ਹਰ ਰੋਜ਼ ਨਿਤਨੇਮ ਪ੍ਰਾਰਥਨਾ ਕਰਦਾ ਰਿਹਾ ਔਰ ਤੁਸੀਂ ਉਹਦਾ ਉਹਨਾਂ ਨੂੰ ਪ੍ਰਤੀਫਲ ਦਿੱਤਾ। ਪਿਤਾ ਪਰਮੇਸ਼ਵਰ, ਅੱਜ ਜਿੰਨੇ ਵੀ ਵਿਸ਼ਵਾਸੀ ਹੈ ਉਹ ਦਾਨੀਏਲ ਵਾਂਗੂ ਪਿਤਾ ਪਰਮੇਸ਼ਵਰ ਹਰ ਬੁਰਾਈ ਤੋਂ ਵਿਸ਼ਵਾਸ ਦੇ ਦੁਆਰਾ ਤੁਹਾਡੇ ਦੁਆਰਾ ਕੱਢੇ ਜਾਂਦੇ ਆ। ਧੰਨਵਾਦ ਕਰਦੇ ਪਿਤਾ ਪਰਮੇਸ਼ਵਰ। ਮੇਰੀ ਪ੍ਰਾਰਥਨਾ, ਸਾਨੂੰ ਜਿਹੜੇ ਵਿਸ਼ਵਾਸ 'ਚ ਕਮਜ਼ੋਰ ਹੈ, ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰੋ ਔਰ ਸਾਡੇ ਹੌਸਲੇ ਨੂੰ ਵਧਾਓ, ਤਾਂ ਕਿ ਅਸੀਂ ਦਾਨੀਏਲ ਵਾਂਗੂ ਸਹੀ ਗੱਲ ਨੂੰ ਸਹੀ ਕਹਿ ਸਕੀਏ ਔਰ ਗਲਤ ਗੱਲ ਨੂੰ ਗਲਤ ਕਹਿ ਸਕੀਏ। ਔਰ ਕਿਸੇ ਵੀ ਗਲਤ ਗੱਲ 'ਚ ਭਾਵੇਂ ਸਾਡਾ ਕੋਈ ਕਿੰਨਾ ਵੀ ਨਜ਼ਦੀਕੀ ਮਿੱਤਰ ਜਾਂ ਦੋਸਤ ਕਿਉਂ ਨਾ ਹੋਏ, ਸਮਝੌਤਾ ਨਾ ਕਰੀਏ। ਚਾਹੇ ਉਸ ਦਾ ਅਹੁਦਾ ਕਿੰਨਾ ਵੀ ਵੱਡਾ ਕਿਉਂ ਨਾ ਹੋਏ, ਪ੍ਰਭੂ ਜੀ ਅਸੀਂ ਤੁਹਾਡੇ ਪ੍ਰਤੀ ਹੀ ਵਫਾਦਾਰ ਰਹੀਏ। ਧੰਨਵਾਦ ਕਰਦੇ ਪਿਤਾ ਪਰਮੇਸ਼ਰ, ਤੁਸੀਂ ਸਾਨੂੰ ਸਾਰਿਆਂ ਨੂੰ ਅੱਜ ਦੇ ਵਚਨ ਦੇ ਦੁਆਰਾ ਬਰਕਤ ਦਿੱਤੀ। ਯਿਸੂ ਨਾਸਰੀ ਜੀ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ ਅਤੇ ਇਸ ਦੇ ਬਾਕੀ ਹਿੱਸੇ ਨੂੰ ਜਾਰੀ ਰੱਖਾਂਗੇ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।